ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੁਖ ਦੁਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹਿ ਅਤੀਤਾ, ਤਿੰਨ ਜਗ ਤਤ ਪਛਾਨਾ। ਸੋ ਸੁਖ ਦੁਖ ਹਰਖ ਸੋਗ ਨਫਾ ਨੁਕਸਾਨ ਦੇ ਵਿੱਚ ਸਮ ਰਹਿਣਾ, ਇੱਕ ਰਸ ਰਹਿਣਾ, ਇਸ ਦੇ ਵਿੱਚ ਸ੍ਰੀ ਨਾਰਾਇਣ ਹਰੀ ਜੀ ਨੇ 8 ਜੁਗਤੀਆਂ ਦੱਸੀਆਂ। ਤੇ ਅੱਜ ਤੀਸਰੀ ਜੁਗਤੀ ਜਾਣੇ ਦੁੱਖ ਸੁੱਖ ਜੋ ਹੈ ਉਹ ਈਸ਼ਵਰ ਦੇ ਅਧੀਨ ਹੈ। ਇਸ ਦੇ ਬਾਰੇ ਰਲ ਮਿਲ ਅੱਜ ਵਿਚਾਰ ਕਰਦੇ ਹਾਂ। ਸੁੱਖ ਦੁੱਖ ਈਸ਼ਵਰ ਅਧੀਨ ਹੈ, ਜੀਵ ਦੇ ਅਧੀਨ ਕੁਝ ਵੀ ਨਹੀਂ ਹੈ। ਇਸ ਤਰ੍ਹਾਂ ਸਮਝ ਕੇ ਈਸ਼ਵਰ ਦੇ ਭਾਣੇ ਵਿੱਚ ਭਾਈ ਭਿਖਾਰੀ ਦੀ ਤਰ੍ਹਾਂ ਪ੍ਰਸੰਨ ਰਹਿਣਾ ਚਾਹੀਦਾ ਹੈ। ਕਾਠ ਕੀ ਪੁਤਰੀ ਕਹਾਂ ਕਰੇ ਬਪਰੀ, ਖਿਲਾਵਨ ਹਾਰੋ ਜਾਨੈ, ਜੈਸਾ ਭੇਖ ਕਰਾਵੈ ਬਾਜੀਗਰ, ਉਹ ਤੈਸੇ ਹੀ ਸਾਜ ਆਨੈ। ਅਨਕ ਕੋਠਰੀ ਬਹੁਤ ਪਤ ਕਰੀਆ, ਆਪ ਹੋਆ ਰਖਵਾਰਾ, ਜੈਸੇ ਮਹਿਲ ਰਾਖੈ ਤਿਸ ਰਹਿਣਾ, ਕਿਆ ਹੈ ਕਰੇ ਵਿਚਾਰਾ। ਜਿਨ ਕਿਛ ਕੀਆ ਸੋਈ ਜਾਨੈ, ਜਿਨ ਇਹ ਸਭ ਵਿਦ ਸਾਜੀ, ਕਹੋ ਨਾਨਕ ਅਪਰੰਪਰ ਸੁਆਮੀ, ਕੀਮਤ ਆਪਣੇ ਕਾਜੀ। ਜਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕੀਓ ਨ ਕੋਏ, ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰਤਿ, ਪੂਰਨ ਹੋਵੈ ਕਾਮ। ਸੋ ਇਹਨਾਂ ਸਾਰਿਆਂ ਸ਼ਬਦਾਂ ਦਾ ਇਹੀ ਅਰਥ ਹੈ ਕਿ ਦੁੱਖ ਸੁੱਖ ਜੋ ਹੈ ਉਹ ਈਸ਼ਵਰ ਦੇ ਅਧੀਨ ਹੈ। ਜੇਕਰ ਸੁੱਖ ਦੁੱਖ ਜੀਵ ਦੇ ਅਧੀਨ ਹੁੰਦਾ ਤਾਂ 4 ਸਵਈਆਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਦੇ ਨਾਮ ਆਏ ਹਨ, ਯਾਨੀ ਮਹਾਰਾਜ ਯੁਧਿਸ਼ਟਰ, ਦੁਰਯੋਧਨ, ਮਹਾਰਾਜ ਨਲ, ਹਰੀਸ਼ ਚੰਦਰ, ਦੇਵਰਾਜ ਇੰਦਰ, ਰਾਜਾ ਰਾਵਣ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਮਾਤਾ ਪਿਤਾ ਵਾਸੁਦੇਵ ਤੇ ਦੇਵਕੀ, ਇਹ ਸਮਰੱਥ ਹੋਣੇ ਤੇ ਵੀ ਦੁੱਖ ਨਾ ਪਾਉਂਦੇ, ਪਰ ਦੁੱਖ ਸਭ ਨੇ ਪਾਇਆ ਹੈ। ਇਸ ਲਈ ਸੁੱਖ ਦੁੱਖ ਈਸ਼ਵਰ ਦੇ ਅਧੀਨ ਹੈ, ਜਾਣੀ ਹੁਕਮ ਵਿੱਚ ਹੈ। ਇਹ ਜਾਣ ਕੇ ਪ੍ਰਸੰਨਚਿਤ ਰਹਿਣਾ ਚਾਹੀਦਾ ਹੈ। ਜਿਸ ਤਰ੍ਹਾਂ ਈਸ਼ਵਰ ਦੇ ਭਾਣੇ ਵਿੱਚ ਭਾਈ ਭਿਖਾਰੀ ਜੀ ਹਰ ਸਮੇਂ ਪ੍ਰਸੰਨ ਰਹਿੰਦੇ ਸਨ। ਅਗਰ ਚਿੱਤ ਨੂੰ ਸਮ ਜਾਣੀ ਇੱਕ ਰਸ ਨਾ ਵੀ ਰੱਖਾਂਗੇ ਤਾਂ ਵੀ ਹੋਣਾ ਤਾਂ ਉਹੀ ਹੈ ਜੋ ਈਸ਼ਵਰ ਚਾਹੁੰਦਾ ਹੈ। ਈਸ਼ਵਰ ਦੇ ਦਰਬਾਰ ਵਿੱਚ ਹੱਸਣ ਵਾਲੇ ਰੋ ਕੇ ਆਉਂਦੇ ਹਨ ਤੇ ਰੋਣੇ ਵਾਲੇ ਹੱਸ ਕੇ ਜਾਂਦੇ ਹਨ। ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹਾਂ ਚੇਰੀ ਰਹਾਓ। ਹਸ ਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ, ਵਸ ਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਵਸੈ। ਜਲਤੇ ਥਲ ਕਰ ਥਲਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਭੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ, ਤਿਸ ਮੂਰਤ ਬਲਿਹਾਰੀ। ਸੋ ਹੱਸਣ ਵਾਲੇ ਰੋ ਕੇ ਜਾਂਦੇ ਹਨ। ਇਸ ਦੇ ਉੱਤੇ ਸਾਖੀ ਹੈ ਯਾਦਵਾਂ ਦੀ। ਜਦੋਂ ਯਾਦਵ 56 ਕਰੋੜ ਹੋ ਗਏ ਤਾਂ ਉਹ ਹੰਕਾਰੀ ਹੋ ਗਏ, ਹਰ ਇੱਕ ਦੇ ਨਾਲ ਹਾਸੀ ਮਖੌਲ ਕਰਦੇ ਰਹਿੰਦੇ ਸਨ। ਇੱਕ ਦਿਨ ਦੁਰਵਾਸਾ ਰਿਸ਼ੀ ਦੇ ਕੋਲ
ਹਾਸੀ ਮਖੌਲ ਕਰਨ ਲਈ ਇੱਕ ਸੁੰਦਰ ਲੜਕਾ ਜੋ ਸੀ ਉਸਦੇ ਜਨਾਨੇ ਕੱਪੜੇ ਪਾ ਕੇ, ਪੇਟ ਦੇ ਉੱਤੇ ਬਹੁਤ ਸਾਰੇ ਕੱਪੜੇ ਬੰਨ੍ਹ ਕੇ, ਤੇ ਹੋਰ ਕੁਝ ਮੁੰਡੇ ਵੀ ਇਸਤਰੀਆਂ ਦਾ ਰੂਪ ਧਾਰਨ ਕਰਕੇ ਹਾਸੀ ਕਰਨ ਦੇ ਲਈ ਦੁਰਵਾਸ਼ਾ ਦੇ ਕੋਲ ਜਾ ਕੇ ਪੁੱਛਦੇ ਆ ਕਿ ਇਹ ਇਸਤਰੀ ਗਰਭਵਤੀ ਹੈ। ਇਹ ਆਪ ਨੂੰ ਪੁੱਛਣ ਤੋਂ ਸ਼ਰਮ ਕਰਦੀ ਹੈ, ਇਸ ਵਾਸਤੇ ਅਸੀਂ ਪੁੱਛਦੇ ਹਾਂ ਕਿ ਇਸ ਨੂੰ ਕਿਆ ਜੰਮੇਗਾ। ਤਾਂ ਦੁਰਵਾਸ਼ਾ ਨੇ ਸ੍ਰੀ ਭਗਵਾਨ ਜੀ ਦੇ ਪੁੱਤਰਾਂ ਨੂੰ ਅਭਿਮਾਨੀ ਦੇਖ ਕੇ ਔਰ ਰਿਸ਼ੀਆਂ ਦੇ ਨਾਲ ਠੱਠਾ ਮਸ਼ਕਰੀ ਕਰਦੇ ਦੇਖ ਕੇ ਕਹਿਣ ਲੱਗੇ ਕਿ ਇਸ ਦੇ ਗਰਭ ਦੇ ਵਿੱਚ ਯਾਦਵਾਂ ਦੀ ਕੁਲ ਨੂੰ ਨਾਸ਼ ਕਰਨ ਵਾਲਾ ਇੱਕ ਮੂਸਲ ਨਿਕਲੇਗਾ। ਇਸ ਤਰ੍ਹਾਂ ਦਾ ਕ੍ਰੋਧਮਈ ਵਚਨ ਸੁਣ ਕੇ ਬਾਲਕ ਡਰ ਗਏ ਤੇ ਉਸ ਦੇ ਪੇਟ ਦੇ ਕੱਪੜੇ ਜਲਦੀ ਜਲਦੀ ਖੋਲ੍ਹੇ। ਬਰਾਬਰ ਮੂਸਲ ਵਿੱਚੋਂ ਨਿਕਲਿਆ ਤੇ ਉਸ ਮੂਸਲ ਨੂੰ ਦੇਖ ਕੇ ਉਹ ਰੋਣ ਲੱਗ ਗਏ ਔਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਸਭ ਹਾਲ ਸੁਣਾਇਆ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਕਹਿਣ ਲੱਗੇ ਕਿ ਈਸ਼ਵਰ ਦੀ ਇੱਛਾ ਹੀ ਐਸੀ ਸੀ, ਇਸ ਤਰ੍ਹਾਂ ਹੀ ਹੋਣਾ ਸੀ। ਹੁਣ ਸਭ ਯਾਦਵਾਂ ਦਾ ਨਾਸ਼ ਹੋ ਜਾਵੇਗਾ। ਅਬ ਇਸ ਲੋਹੇ ਦੇ ਟੁਕੜੇ ਨੂੰ ਪੀਸ ਕੇ ਸਮੁੰਦਰ ਦੇ ਵਿੱਚ ਸਿੱਟ ਦਿਓ। ਉਹਨਾਂ ਨੇ ਉਹਨੂੰ ਪੀਸ ਕੇ ਸਮੁੰਦਰ ਵਿੱਚ ਸਿੱਟ ਦਿੱਤਾ ਤੇ ਇੱਕ ਟੁਕੜਾ ਛੋਟਾ ਜਿਹਾ ਬਚ ਗਿਆ, ਉਹ ਵੀ ਸਮੁੰਦਰ ਦੇ ਵਿੱਚ ਸਿੱਟ ਦਿੱਤਾ। ਤਾਂ ਉਸ ਨੂੰ ਇੱਕ ਮੱਛੀ ਨੇ ਨਿਗਲ ਲਿਆ। ਉਹ ਮੱਛੀ ਚੀਵਰ ਨੇ ਪਕੜੀ ਤੇ ਮੱਛੀ ਦੇ ਪੇਟ ਦੇ ਵਿੱਚੋਂ ਉਹ ਲੋਹਾ ਨਿਕਲਿਆ। ਉਸਨੇ ਆਪਣੇ ਬਾਣ ਦੀ ਮੁੱਖ ਤੇ ਲਗਾਇਆ ਤੇ ਉਹ ਬਾਣ ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ ਦੇ ਵਿੱਚ ਉਸ ਬੱਧਕ ਨੇ ਮਾਰਿਆ, ਜਿਸ ਦੇ ਕਰਕੇ ਭਗਵਾਨ ਨੇ ਆਪਣਾ ਸਰੀਰ ਛੱਡ ਦਿੱਤਾ। ਤੇ ਬਾਕੀ 56 ਕਰੋੜ ਯਾਦਵ ਜੋ ਸੀਗੇ, ਉਹ ਜੋ ਸਮੁੰਦਰ ਦੇ ਵਿੱਚ ਚੂਰਾ ਸਿੱਟਿਆ ਸੀ, ਉਸ ਤੋਂ ਤਿੱਖਾ ਤਿੱਖਾ ਘਾਹ ਪੈਦਾ ਹੋ ਗਿਆ ਤੇ ਉਸ ਨਾਲ ਆਪਸ ਵਿੱਚ ਸ਼ਰਾਬ ਪੀ ਕੇ ਆਪਸ ਵਿੱਚ ਲੜ ਲੜ ਕੇ ਉੱਥੇ ਹੀ ਮਰ ਗਏ। ਉਹ ਜੋ ਤਿੱਖਾ ਤਿੱਖਾ ਘਾਹ ਸੀ, ਉਹੀ ਇੱਕ ਦੂਸਰੇ ਦੇ ਮਾਰਦੇ ਗਏ ਤੇ ਸਾਰੇ ਮਰਦੇ ਗਏ। ਇਸ ਤਰ੍ਹਾਂ ਲੜਦੇ ਲੜਦੇ ਸਾਰੇ ਯਾਦਵ ਮਰ ਗਏ। ਸੋ ਹੱਸਦੇ ਹੱਸਦੇ ਦੁਰਵਾਸ਼ਾ ਰਿਸ਼ੀ ਦੇ ਪਾਸ ਆਏ ਸੀ ਤੇ ਰੋ ਕੇ ਚਲੇ ਗਏ। ਦੁਰਵਾਸ਼ਾ ਸਿਉ ਕਰਤ ਠਗੌਰੀ, ਯਾਦਵ ਇਹ ਫਲ ਪਾਏ। ਤੇ ਇਸ ਲਈ ਪਰਮੇਸ਼ਰ ਜੋ ਚਾਹੇ ਉਹ ਸੋ ਹੀ ਕਰਦਾ ਹੈ। ਜੀਵ ਦੇ ਅਧੀਨ ਕੁਛ ਵੀ ਨਹੀਂ ਹੈ। ਵਸਦੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਵਸੈ। ਉਹ ਪਰਮੇਸ਼ਰ ਜੇ ਚਾਹਵੇ ਤਾਂ ਪਿੰਡਾਂ ਦੇ ਪਿੰਡ ਉਜਾੜ ਦਿੰਦਾ ਹੈ ਤੇ ਜਿੱਥੇ ਉਜਾੜ ਹੋਵੇ ਉੱਥੇ ਬਸਤੀਆਂ ਬਣਾ ਦਿੰਦਾ ਹੈ। ਜਦੋਂ ਦਸ਼ਮੇਸ਼ ਪਿਤਾ ਜੀ ਨੂੰ ਇਹ ਖਬਰ ਹੋਈ ਕਿ ਦੋਨੋਂ ਸਾਹਿਬਜ਼ਾਦੇ ਸਰਹੰਦ ਵਿੱਚ ਚੁਣੇ ਗਏ ਹਨ, ਤਾਂ ਗੁਰੂ ਜੀ ਨੇ ਸਰਾਪ ਦਿੱਤਾ ਕਿ ਸਰਹੰਦ ਸ਼ਹਿਰ ਉੱਜੜ ਜਾਵੇਗਾ, ਜੋ ਕਿ ਬਹੁਤ ਵੱਡਾ ਸ਼ਹਿਰ ਸੀ, ਕੋਸਾਂ ਦੇ ਵਿੱਚ ਵਸਿਆ ਹੋਇਆ ਸੀ। ਤਾਂ ਉਹ ਬੰਦੇ ਬਹਾਦਰ ਨੇ ਆ ਕੇ ਸ਼ਹਿਰ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ ਤੇ ਸਾਰਾ ਉਜਾੜਾ ਪੈ ਗਿਆ। ਤੇ ਪਰਮੇਸ਼ਰ ਚਾਹੇ ਤਾਂ ਬਸਤੀ ਨੂੰ ਉਜਾੜ ਕਰ ਦਿੰਦਾ ਹੈ ਤੇ ਉਜੜੇ ਨੂੰ ਵਸਾ ਦਿੰਦਾ ਹੈ। ਜਿਸ ਤਰ੍ਹਾਂ ਮਾਲਵਾ ਦੇਸ਼ ਜੋ ਕਿ ਉਜੜਿਆ ਹੋਇਆ ਸੀ, ਜਾਣੇ ਇੱਕ ਜੰਗਲ ਦੀ ਤਰ੍ਹਾਂ ਸੀ, ਉਸ ਨੂੰ ਦਸ਼ਮੇਸ਼ ਪਿਤਾ ਜੀ ਨੇ ਵਰ ਦੇ ਕੇ ਆਬਾਦ ਕਰ ਦਿੱਤਾ। ਜਦੋਂ ਦਸ਼ਮੇਸ਼ ਪਿਤਾ ਜੀ ਮਾਲਵੇ ਗਏ ਤਾਂ ਸਰਦਾਰ ਡੱਲਾ ਸਿੰਘ ਨੇ ਬੜੀ ਸੇਵਾ ਕੀਤੀ, ਗੁਰੂ ਜੀ ਨੂੰ ਪ੍ਰਸੰਨ ਕੀਤਾ। ਮਹਾਰਾਜ ਜੀ ਪ੍ਰਸੰਨ ਹੋਏ ਤੇ ਕਹਿਣ ਲੱਗੇ, ਡੱਲਿਆ ਦੇਖ ਕਿਸ ਤਰ੍ਹਾਂ ਪਾਣੀ ਚਮਕ ਰਿਹਾ, ਨਹਿਰਾਂ ਵਗ ਰਹੀਆਂ ਹਨ। ਡੱਲੇ ਨੇ ਕਿਹਾ, ਪਾਤਸ਼ਾਹ ਇਹ ਤਾਂ ਮਿਰਗ ਜਲ ਹੈ, ਰੇਤਾ ਚਮਕ ਰਿਹਾ ਹੈ, ਜਾਣੇ ਮਾਰੂਥਲ ਹੈ। ਫਿਰ ਦਸ਼ਮੇਸ਼ ਜੀ ਨੇ ਕਿਹਾ, ਡੱਲੇ ਦੇਖ ਕਿਸ ਤਰ੍ਹਾਂ ਅੰਬ ਅਨਾਰ ਲਟਕਦੇ ਆ। ਡੱਲੇ ਨੇ ਕਿਹਾ, ਪਾਤਸ਼ਾਹ ਇੱਥੇ ਤਾਂ ਅੱਕ ਤਾਂ ਕਿੱਕਰਾਂ ਹਨ। ਤਾਂ ਗੁਰੂ ਜੀ ਕਹਿਣ ਲੱਗੇ, ਡੱਲੇ ਤੂੰ ਵਚਨ ਨੂੰ ਲੁਟਾਇਆ ਹੈ, ਨਹੀਂ ਤਾਂ ਸਭ ਕੁਝ ਇੱਥੇ ਹੁਣ ਹੀ ਹੋ ਜਾਣਾ ਸੀ, ਪਰ ਹੁਣ ਕੁਛ ਦੇਰ ਪਾ ਕੇ ਕੁਛ ਸਮੇਂ ਬਾਅਦ ਇਹ ਸਭ ਕੁਛ ਹੋਵੇਗਾ। ਸੋ ਉੱਥੇ ਮਾਲਵਾ ਜੋ ਸੀ ਉਜੜਿਆ ਹੋਇਆ ਸੀ, ਉਹ ਗੁਰੂ ਜੀ ਨੇ ਵਰ ਦੇ ਕੇ ਆਬਾਦ ਕਰ ਦਿੱਤਾ। ਇਸ ਤਰ੍ਹਾਂ
ਵਸਦਾ ਹੋਇਆ ਅਹਿਮਦਾਬਾਦ ਸ਼ਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਾਪ ਦੇ ਕੇ ਉਜਾੜ ਦਿੱਤਾ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਹਿਮਦਾਬਾਦ ਗਏ ਤਾਂ ਭਾਈ ਮਰਦਾਨੇ ਨੂੰ ਭੁੱਖ ਲੱਗੀ ਤਾਂ ਉਹ ਭੋਜਨ ਮੰਗਣ ਲੱਗਾ। ਭੋਜਨ ਮੰਗਣ ਵਾਸਤੇ ਸ਼ਹਿਰ ਗਿਆ। ਉੱਥੇ ਪਠਾਣਾਂ ਦੇ ਵਿਆਹ ਸੀ। ਉਹ ਸ਼ਰਾਬ ਪੀ ਕੇ ਆਪਸ ਵਿੱਚ ਮਸਤ ਹੋ ਰਹੇ ਸੀ। ਮਰਦਾਨੇ ਨੇ ਭੋਜਨ ਮੰਗਿਆ ਤਾਂ ਉਹ ਭੋਜਨ ਤਾਂ ਕਿਆ ਦੇਣਾ ਸੀ, ਉਲਟਾ ਮਰਦਾਨੇ ਨੂੰ ਫੜ ਕੇ ਬਹੁਤ ਮਾਰਿਆ ਕੁੱਟਿਆ ਤੇ ਮਰਦਾਨਾ ਰੋਂਦਾ ਰੋਂਦਾ ਗੁਰੂ ਜੀ ਦੇ ਪਾਸ ਆ ਗਿਆ। ਉਦੋਂ ਫਿਰ ਗੁਰੂ ਜੀ ਨੇ ਕੋਪ ਕਰਕੇ ਕ੍ਰੋਧ ਦੇ ਵਿੱਚ ਪਠਾਣਾਂ ਦੇ ਲਈ ਇਹ ਸ਼ਬਦ ਉਚਾਰਿਆ, ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸੰਦੂਰ, ਸਿਰ ਕਾਤੀ ਮੁਨੀਅਨ ਗਲ ਵਿੱਚ ਆਵੇ ਧੂੜ, ਮਹਿਲਾਂ ਅੰਦਰ ਹੁੰਦੀਆਂ ਹੁਣ ਮਹਿਲ ਨਾ ਮਿਲਣ ਹਜ਼ੂਰ, ਆਦੇਸ਼ ਬਾਬਾ ਆਦੇਸ਼ ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਦੇਖਿਆ ਵੇਸ ਰਹਾਓ, ਜਦੋਂ ਸੀਆਂ ਵਿਆਹੀਆਂ ਲਾੜੇ ਸੋਹਨ ਪਾਸ, ਹੇ ਡੋਲੀ ਚੜ੍ਹ ਆਈਆਂ ਦੰਦਖੰਡ ਕੀਤੇ ਰਾਸ, ਉੱਪਰੋਂ ਪਾਣੀ ਵਾਰੀਐ ਚੱਲੇ ਚਿਮਕਨ ਪਾਸ, 1 ਲੱਖ ਲਹਿਨ ਬੈਠੀਆਂ 1 ਲੱਖ ਲਹਿਨ ਖੜੀਆਂ, ਗਰੀ ਸ਼ੁਹਾਰੇ ਖਾਂਦੀਆਂ ਮਾਣਨ ਸਿਜੜੀਆਂ, 3 ਗਲ ਸਿਰਕਾ ਪਾਈਆਂ ਟੁੱਟਣ ਮੋਤ ਸਰੀਆਂ, ਧਨ ਜੋਬਨ ਦੋਇ ਵੈਰੀ ਹੋਏ ਜਿਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ, ਜੇ ਤਿਸ ਭਾਵੈ ਦੇ ਵਡਿਆਈ ਜੇ ਭਾਵੈ ਦੇ ਸਜਾਏ, ਅੱਗੋ ਦੇਈਏ ਚੇਤੀਐ ਤਾਂ ਕਾਇਤ ਮਿਲੇ ਸਜਾਏ, ਸਾਹਾਂ ਸੁਰਤ ਗਵਾਈਆਂ ਰੰਗ ਤਮਾਸ਼ਾ ਚਾਏ, ਬਾਬਰ ਬਾਣੀ ਫਿਰ ਗਈ ਕੋਈ ਨ ਰੋਟੀ ਖਾਏ, ਇੱਕ ਨਾ ਵਕਤ ਖਵਾਈਏ ਇੱਕ ਨਾ ਪੂਜਾ ਜਾਏ, ਚੌਂਕੇ ਵਿਨ ਹਦਵਾਣੀਆਂ ਕਿਉਂ ਟਿਕੇ ਕੱਢੈ ਨਾਏ, ਰਾਮ ਨ ਕਬਹੂ ਚੇਤਿਓ ਹੁਣ ਕਹਿਣ ਨਾ ਮਿਲੇ ਖੁਦਾਏ, ਇੱਕ ਕਰ ਆਵੇ ਆਪਣੇ ਇੱਕ ਮਿਲ ਮਿਲ ਪੁੱਛੈ ਸੁਖ, ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੇ ਦੁਖ, ਜੋ ਤਿਸ ਭਾਵੈ ਸੋ ਥੀਏ ਨਾਨਕ ਕਿਆ ਮਨੁੱਖ। ਸੋ ਇਸ ਤਰ੍ਹਾਂ ਪਰਮੇਸ਼ਰ ਚਾਹੇ ਤਾਂ ਵਸੇ ਨੂੰ ਉਜਾੜ ਸਕਦਾ ਹੈ, ਤਾਂ ਉਜੜਿਆਂ ਨੂੰ ਵਸਾ ਸਕਦਾ ਹੈ। ਇਹ ਸਭ ਕੁਛ ਪਰਮੇਸ਼ਰ ਦੇ ਹੱਥ ਵਿੱਚ ਹੈ, ਪਰਮੇਸ਼ਰ ਦੇ ਅਧੀਨ ਹੈ। ਸੋ ਪਰਮਾਤਮਾ ਦੀ ਆਗਿਆ ਮੰਨ ਕੇ ਉਸ ਵਿੱਚ ਖੁਸ਼ ਰਹਿਣਾ ਹੈ। ਇਹੀ ਜੀਵਨ ਮੁਕਤੀ ਦੇ ਲੱਛਣ ਹਨ। ਜਿਸ ਤਰ੍ਹਾਂ ਸੁਖਮਨੀ ਸਾਹਿਬ ਜੀ ਮਹਾਰਾਜ ਫਰਮਾਇਆ ਹੈ, ਪ੍ਰਭ ਕੀ ਆਗਿਆ ਆਤਮ ਹਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਅਨੰਤ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਸੋ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ। ਸੋ ਇਸ ਦਾ ਅਰਥ ਇਹੀ ਹੈ ਕਿ ਜੇ ਪਰਮਾਤਮਾ ਚਾਹੇ ਤਾਂ ਜਲ ਤੇ ਥਲ ਕਰ ਸਕਦਾ ਹੈ ਤੇ ਥਲ ਤੇ ਜਲ ਕਰ ਸਕਦਾ ਹੈ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਜੇ ਸਾਹਿਬ ਸ਼ਹਿਰ ਦੀ ਉੱਪਰ ਪਹਾੜੀ ਤੇ ਇੱਕ ਬਲੀ ਕੰਧਾਰੀ ਫਕੀਰ ਰਹਿੰਦਾ ਸੀ। ਉਹ ਸਾਰਾ ਪਾਣੀ ਇਕੱਠਾ ਉੱਥੇ ਕੀਤਾ ਹੋਇਆ ਸੀ। ਉਹ ਤਲਾਈ ਭਰੀ ਰਹਿੰਦੀ ਸੀ। ਜਦੋਂ ਦੇਸ਼ ਰਟਨ ਕਰਦੇ ਕਰਦੇ ਸ੍ਰੀ ਗੁਰੂ ਨਾਨਕ ਜੀ ਬਾਲੇ ਦੇ ਸਮੇਤ ਪੰਜੇ ਸਾਹਿਬ ਪਹਾੜੀ ਤੇ ਪਹੁੰਚੇ ਤਾਂ ਮਰਦਾਨੇ ਨੂੰ ਪਿਆਸ ਲੱਗੀ। ਥੱਲੇ ਜਲ ਨਹੀਂ ਸੀ, ਜਲ ਕਿਤੇ ਵੀ ਦਿਖਾਈ ਨਹੀਂ ਦਿੰਦਾ ਸੀ। ਤਾਂ ਗੁਰੂ ਜੀ ਕਹਿਣ ਲੱਗੇ, ਉੱਪਰ ਬਲੀ ਕੰਧਾਰੀ ਦੇ ਪਾਸ ਜਾ, ਉਸਦੇ ਕੋਲ ਜਲ ਹੈ। ਮਰਦਾਨਾ ਉੱਪਰ ਗਿਆ ਤਾਂ ਫਕੀਰ ਤੋਂ ਜਲ ਮੰਗਿਆ। ਫਕੀਰ ਨੇ ਪੁੱਛਿਆ, ਤੂੰ ਕੌਣ ਹੈ? ਕਹਿੰਦਾ, ਮੈਂ ਮਰਦਾਨਾ ਹਾਂ, ਮੈਂ ਮੁਸਲਮਾਨ ਰਵਾਬੀ ਤਲਵੰਡੀ ਦੇ ਰਹਿਣ ਵਾਲਾ ਇਸ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਹਿ ਕੇ ਕੀਰਤਨ ਕਰਦਾ ਹੁੰਦਾ। ਮਰਦਾਨੇ ਨੇ ਗੁਰੂ ਨਾਨਕ ਦੇਵ ਜੀ ਦੀ ਬੜੀ ਉਸਤਤ ਕਰੀ। ਉਸ ਵਚਨ ਨੂੰ ਸੁਣ ਕੇ ਫਕੀਰ ਜਲ ਵੱਲ ਗਿਆ ਤੇ ਕਿਹਾ, ਕਾਫਰ ਮੁਸਲਮਾਨ ਹੋ ਕੇ ਤੂੰ ਹਿੰਦੂ ਦੇ ਪਾਸ ਰਹਿਣਾ ਤੇ ਇੱਕ ਹਿੰਦੂ ਦੀ ਉਸਤਤ ਕਰਦਾ ਹੈ, ਜਾ ਚਲਾ ਜਾ, ਮੈਂ ਪਾਣੀ ਨਹੀਂ ਦੇਣਾ। ਆਪਣੇ ਗੁਰੂ ਦੇ ਕੋਲ ਜਾ ਤਾਂ ਉਸ ਕੋਲੋਂ ਪਾਣੀ ਲੈ। ਇਸ ਤਰ੍ਹਾਂ ਕਹਿ ਕੇ ਮਰਦਾਨੇ ਨੂੰ ਵਾਪਸ ਭੇਜ ਦਿੱਤਾ। ਮਰਦਾਨਾ ਗੁਰੂ ਜੀ ਪਾਸ ਆਇਆ ਤੇ ਫਕੀਰ ਦੀ ਆਪਣੀ ਉਸਤਤ ਸੁਣ ਕਰ ਜਲ ਵੱਲ ਗਿਆ ਤੇ ਪਾਣੀ ਨਹੀਂ ਦਿੰਦਾ
ਤੇ ਗੁਰੂ ਜੀ ਨੇ ਦੂਸਰੀ ਵਾਰ ਭੇਜਿਆ, ਫਿਰ ਵੀ ਪਾਣੀ ਨਾ ਦਿੱਤਾ। ਫਿਰ ਤੀਸਰੀ ਵਾਰ ਭੇਜਿਆ। ਫਿਰ ਫਕੀਰ ਨੇ ਕ੍ਰੋਧ ਦੇ ਨਾਲ ਕਿਹਾ, ਜਿਨ੍ਹਾਂ ਦੀ ਤੂੰ ਇੰਨੀ ਉਸਤਤ ਕਰਦਾ ਹੈ, ਕਿਆ ਉਹ ਤੈਨੂੰ ਪਾਣੀ ਵੀ ਨਹੀਂ ਪਿਲਾ ਸਕਦੇ? ਜਾ ਚਲਾ ਗਿਆ। ਤਾਂ ਮਰਦਾਨਾ ਗੁਰੂ ਜੀ ਦੇ ਪਾਸ ਆਇਆ ਤੇ ਕਹਿਣ ਲੱਗਾ, ਪਾਣੀ ਤੋਂ ਬਿਨਾਂ ਮੇਰੇ ਪ੍ਰਾਣ ਜਾ ਰਹੇ ਹਨ, ਜਲਦੀ ਪਾਣੀ ਪਿਲਾਓ। ਤਾਂ ਗੁਰੂ ਜੀ ਬੈਠੇ ਬੈਠੇ ਹੀ ਪਹਾੜ ਦੇ ਹੱਥ ਨੂੰ ਪੰਜਾ ਲਗਾ ਦਿੱਤਾ। ਉੱਪਰ ਦਾ ਪਾਣੀ ਸਾਰਾ ਥੱਲੇ ਆ ਗਿਆ, ਤਲਾਈ ਸੁੱਕ ਗਈ। ਮਰਦਾਨਾ ਪਾਣੀ ਪੀ ਕੇ ਬੜਾ ਪ੍ਰਸੰਨ ਹੋਇਆ। ਉਸ ਫਕੀਰ ਨੇ ਦੇਖਿਆ ਕਿ ਤਲਾਈ ਦੇ ਵਿੱਚ ਪਾਣੀ ਨਹੀਂ ਹੈ, ਸੁੱਕਾ ਪਿਆ ਹੈ। ਗੁਰੂ ਜੀ ਨੂੰ ਸਮਰੱਥ ਜਾਣ ਕੇ ਆ ਕੇ ਚਰਨਾਂ ਤੇ ਪੈ ਗਿਆ। ਗੁਰੂ ਜੀ ਨੇ ਉਸ ਨੂੰ ਉਪਦੇਸ਼ ਦੇ ਕੇ ਉਸ ਦਾ ਸ਼ਾਂਤ ਚਿੱਤ ਕੀਤਾ। ਉਦੋਂ ਤੋਂ ਲੈ ਕੇ ਉਹ ਤਲਾਬ ਸੁੱਕਾ ਹੀ ਰਹਿੰਦਾ ਤੇ ਨੀਚੇ ਜਿੱਥੇ ਜਲ ਨਹੀਂ ਸੀ ਉੱਥੇ ਜਲ ਹੋ ਗਿਆ। ਸੋ ਪਰਮੇਸ਼ਰ ਚਾਹੇ ਤਾਂ ਜਲ ਤੋਂ ਥਲ ਕਰ ਸਕਦਾ ਹੈ ਤੇ ਥਲ ਤੋਂ ਜਲ ਕਰ ਸਕਦਾ ਹੈ। ਇਸੇ ਤਰ੍ਹਾਂ ਹੀ ਪਰਮੇਸ਼ਰ ਚਾਹੇ ਤਾਂ ਕੂਪ ਤੇ ਮਿਹਰ ਕਰਾ ਸਕਦਾ ਹੈ, ਭਾਵ ਕਿ ਨੀਚਿਆਂ ਨੂੰ ਬੜਾ ਬਣਾ ਸਕਦਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਬਾਲਾ ਮਰਦਾਨਾ ਘੁੰਮਦੇ ਘੁੰਮਦੇ ਜਦ ਕਾਬਲ ਪਹੁੰਚੇ ਤਾਂ ਕੂਪ ਕੇ ਸਦ੍ਰਿਸ਼ ਨੀਵੀਂ ਜੋ ਮਸੀਤ ਸੀ ਉਸ ਨੂੰ ਉਠਾ ਕੇ ਮੇਰ ਸਦਰਸ਼ ਉੱਚਾ ਲੈ ਗਏ। ਇਸ ਪ੍ਰਕਾਰ ਗੁਰੂ ਜੀ ਕਾਬਲ ਦੇ ਵਿੱਚ ਕੌਤਕ ਦਿਖਾ ਕੇ ਪੂਜਣ ਯੋਗ ਹੋ ਗਏ। ਹੁਣ ਤੱਕ ਕਾਬਲ ਦੇ ਵਿੱਚ ਗੁਰੂ ਜੀ ਨੂੰ ਉੱਥੇ ਸਾਰੇ ਲੋਕ ਮੰਨਦੇ ਹਨ। ਫਿਰ ਗੁਰੂ ਜੀ ਅੱਗੇ ਗਏ ਤਾਂ ਛੋਲਿਆਂ ਦੇ ਖੇਤ ਵਿੱਚ ਛੋਲੇ ਪੱਕੇ ਹੋਏ ਦੇਖੇ। ਮਰਦਾਨੇ ਦਾ ਚਿੱਤ ਖਾਣ ਨੂੰ ਕੀਤਾ। ਖੇਤ ਦਾ ਰਾਖਾ ਬਾਲਕ ਆਪ ਹੀ ਬੂਟੇ ਤੋੜ ਕੇ ਲੈ ਆਇਆ ਔਰ ਅਗਨੀ ਜਲਾ ਕੇ ਮਰਦਾਨੇ ਨੂੰ ਉਹ ਛੋਲੇ ਖਿਲਾਏ। ਤਾਂ ਉਸ ਬਾਲਕ ਦੇ ਮਨ ਵਿੱਚ ਫੁਰਨਾ ਹੋਇਆ ਕਿ ਗੁਰੂ ਨਾਨਕ ਦੇਵ ਜੀ ਵਾਸਤੇ ਕੋਈ ਪਕਵਾਨ ਲਿਆਵਾਂ ਤਥਾ ਬਿਸਤਰਾ ਲਿਆਵਾਂ। ਐਸਾ ਖਿਆਲ ਕਰਕੇ ਘਰ ਨੂੰ ਜਾਣ ਲੱਗਾ ਤਾਂ ਮਰਦਾਨੇ ਨੇ ਗੁਰੂ ਜੀ ਨੂੰ ਕਿਹਾ ਕਿ ਇਸ ਬਾਲਕ ਦੇ ਉੱਪਰ ਕਿਰਪਾ ਕਰੋ, ਇਸ ਨੂੰ ਸੁਲਤਾਨ ਬਣਾ ਦਿਓ। ਤੇ ਗੁਰੂ ਨਾਨਕ ਜੀ ਉਸ ਲੜਕੇ ਨੂੰ ਬੁਲਾ ਕੇ ਕਹਿਣ ਲੱਗੇ ਕਿ ਸਾਨੂੰ ਕਿਸੇ ਬਿਸਤਰੇ ਦੀ, ਕਿਸੇ ਪਕਵਾਨ ਦੀ ਕੋਈ ਜ਼ਰੂਰਤ ਨਹੀਂ ਹੈ। ਤੂੰ ਪ੍ਰੇਮੀ ਹੈ, ਭਗਤ ਹੈ, ਅੱਜ ਤੋਂ ਬਾਦਸ਼ਾਹੀ ਤੈਨੂੰ ਬਖਸ਼ੀ। अब तू बादशाही तख्त पर बैठेगा, आ हमारे पास इधर बैठ जा। गुरु जी कहन लगे, अब तू घर ना जाई, सवेर ਨੂੰ ਇਸ ਦਰਵਾਜ਼ੇ ਦੇ ਵਿੱਚ ਹੀ ਸ਼ਹਿਰ ਨੂੰ ਜਾਣਾ ਤਾਂ ਤੈਨੂੰ ਕਾਬਲ ਦੀ ਬਾਦਸ਼ਾਹੀ ਮਿਲ ਜਾਵੇਗੀ। ਕਾਬਲ ਦਾ ਬਾਦਸ਼ਾਹ ਉਸ ਵਕਤ ਮਰ ਚੁੱਕਾ ਸੀ, ਉਸਦੇ ਕੋਈ ਔਲਾਦ ਨਹੀਂ ਸੀ। ਵਜ਼ੀਰਾਂ ਨੇ ਸਲਾਹ ਕੀਤੀ ਕਿ ਜੋ ਸਵੇਰ ਨੂੰ ਪਹਿਲਾਂ ਸ਼ਹਿਰ ਦੇ ਸ਼ਾਹੀ ਦਰਵਾਜ਼ੇ ਦੇ ਵਿੱਚ ਦਰਵਾਜ਼ਾ ਖੋਲ੍ਹਦੇ ਹੀ ਆਦਮੀ ਮਿਲੇਗਾ, ਉਹਨੂੰ ਬਾਦਸ਼ਾਹ ਬਣਾਵਾਂਗੇ। ਤਾਂ ਗੁਰੂ ਜੀ ਦੇ ਵਚਨ ਮੰਨ ਕੇ ਉਹ ਬਾਲਕ ਸਵੇਰੇ ਦਰਵਾਜ਼ੇ 'ਤੇ ਗਿਆ। ਦਰਵਾਜ਼ਾ ਖੋਲ੍ਹਦੇ ਹੀ ਪਹਿਲੇ ਉਹ ਮਿਲ ਪਿਆ ਔਰ ਉਸਨੂੰ ਬਾਦਸ਼ਾਹ ਬਣਾ ਦਿੱਤਾ। ਇਸ ਪ੍ਰਕਾਰ ਪਰਮੇਸ਼ਰ ਚਾਹੇ ਤਾਂ ਕੂਪ ਦੀ ਨਿਆਈ ਜੋ ਨੀਵੇਂ ਅਤਿ ਦਰਿਦਰੀ ਹਨ ਉਹਨਾਂ ਨੂੰ ਮੇਰੂ ਬਰਾਬਰ ਜਾਣੀ ਕਿ ਉੱਚਾ ਸ਼ਹਿਨਸ਼ਾਹ ਬਣਾ ਸਕਦਾ ਹੈ। ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ। ਜੋ ਪਰਮੇਸ਼ਰ ਚਾਹੇ ਤਾਂ ਧਰਤੀ ਜਾਣੇ ਮਾਤ ਲੋਕ ਦੇ ਵਿੱਚ ਰਹਿਣ ਵਾਲੇ ਨੂੰ ਆਕਾਸ਼ ਦੇ ਵਿੱਚ ਸਵਰਗ ਦਾ ਰਾਜਾ ਬਣਾ ਸਕਦੇ ਹਨ ਤੇ ਸਵਰਗ ਤੇ ਧਰਤੀ ਤੇ ਸਰਗ ਤੋਂ ਗਿਰਾ ਕੇ ਧਰਤੀ ਦੇ ਵਿੱਚ ਬਿਠਾ ਸਕਦੇ ਹਨ। ਇਸ ਤਰ੍ਹਾਂ ਰਾਜਾ ਹਰੀਸ਼ ਚੰਦਰ ਦੇ ਕੋਲੋਂ ਦਾਨ ਕਰਵਾ ਕੇ ਸਵਰਗ ਭੇਜ ਦਿੱਤਾ ਤੇ ਉੱਥੇ ਜਾ ਕੇ ਹੰਕਾਰ ਕਰਾ ਕੇ ਉਹਨੂੰ ਫਿਰ ਸਵਰਗ ਤੋਂ ਨੀਚੇ ਗਿਰ ਦਿੱਤਾ। ਸੋ ਇਹ ਸਭ ਗੱਲਾਂ ਬਾਤਾਂ ਪਰਮੇਸ਼ਰ ਦੇ ਹੀ ਅਧੀਨ ਹਨ, ਜੀਵ ਦੇ ਅਧੀਨ ਕੁਛ ਵੀ ਨਹੀਂ। ਤਾਂ ਤੇ ਦੁੱਖ ਸੁੱਖ ਈਸ਼ਵਰ ਦੀ ਆਗਿਆ ਮੰਨ ਕੇ, ਉਸ ਦਾ ਹੁਕਮ ਮੰਨ ਕੇ ਸੁੱਖ ਦੁੱਖ ਦੇ ਵਿੱਚ ਸਮ ਰਹਿਣਾ ਚਾਹੀਦਾ ਹੈ, ਯਾਨੀ ਕਿ ਹਰ ਸੋਗ ਨਹੀਂ ਕਰਨਾ ਚਾਹੀਦਾ। ਵਸ਼ਿਸ਼ਟ ਮੁਨੀ ਨੇ ਵੀ ਭਰਤ ਜੀ ਨੂੰ
ਇਹੀ ਉਪਦੇਸ਼ ਸਮਝਾਇਆ ਸੀ ਕਿ ਤੂੰ ਆਪਣੀ ਮਾਤਾ ਕਕਈ ਨੂੰ ਕੋਈ ਦੋਸ਼ ਨਾ ਦੇ। ਕਕਈ ਪਰਾਧੀਨ ਹੈ, ਯਾਨੀ ਈਸ਼ਵਰ ਦੇ ਅਧੀਨ ਹੈ। ਈਸ਼ਵਰ ਨੇ ਜਿਸ ਤਰ੍ਹਾਂ ਕਰਨਾ ਉਸ ਤਰ੍ਹਾਂ ਇਸ ਕੋਲੋਂ ਕਰਵਾ ਲਿਆ ਹੈ। ਸੋ ਹੇ ਭਰਤ, ਈਸ਼ਵਰ ਦਾ ਹੁਕਮ ਬੜਾ ਪ੍ਰਬਲ ਹੈ। ਸੋ ਤੁਲਸੀ ਰਾਮਾਇਣ ਦੇ ਵਿੱਚ ਵਸ਼ਿਸ਼ਟ ਜੀ ਵੀ ਕਹਿੰਦੇ ਹਨ, ਸੁਣੋ ਭਰਤ ਭਾਵੀ ਪ੍ਰਬਲ, ਬਿਲਪ ਕਹਿਓ ਮੁਨੀ ਨਾਥ, ਹਾਨੀ ਲਾਭ ਜੀਵਨ ਮਰਨ, ਜਸ ਅਪਜਸ ਵਿਦ ਹਾਥ। ਬਣ ਜੀ ਵੀ ਮਹਾਰਾਜ ਕਿਹਾ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਸੋ ਇਹ ਬਚਨ ਸੁਣ ਕੇ ਭਰਤ ਜੀ ਦਾ ਚਿੱਤ ਸ਼ਾਂਤ ਹੋਇਆ। ਭੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭੇਖਾਰੀ। ਸੋ ਪਰਮੇਸ਼ਰ ਜੇ ਚਾਹਵੇ ਤਾਂ ਭਿਖਾਰੀ ਨੂੰ ਰਾਜਾ ਕਰ ਦਿੰਦਾ ਤੇ ਰਾਜੇ ਨੂੰ ਭਿਖਾਰੀ ਬਣਾ ਦਿੰਦਾ ਹੈ। ਤੇ ਪਰਮੇਸ਼ਰ ਜੇ ਚਾਹੇ ਤਾਂ ਪੰਡਤਾਂ ਨੂੰ ਵੀ ਮੂਰਖ ਕਰ ਦਿੰਦਾ ਹੈ ਤੇ ਮੂਰਖਾਂ ਨੂੰ ਪੰਡਤ ਬਣਾ ਦਿੰਦਾ ਹੈ। ਇੱਕ ਬੜਾ ਭਾਰੀ ਵਿਦਵਾਨ ਵਿੱਦਿਆ ਪੜ੍ਹ ਕੇ ਹੰਕਾਰੀ ਹੋ ਗਿਆ ਤੇ ਜਗ੍ਹਾ ਜਗ੍ਹਾ ਜਾ ਕੇ ਸ਼ਾਸਤਰ ਅਰਥ ਕਰਨ ਲੱਗ ਗਿਆ। ਸਾਰਿਆਂ ਨੂੰ ਜਿੱਦਾਂ ਹੋਇਆ ਉਹ ਕਾਂਸ਼ੀ ਪਹੁੰਚਾ। ਪੰਡਤ ਨੇ ਰਾਜੇ ਨੂੰ ਕਿਹਾ ਕਿ ਮੈਂ ਸ਼ਾਸਤਰ ਅਰਥ ਕਰਨਾ ਚਾਹੁੰਦਾ ਹਾਂ, ਕੋਈ ਮੇਰੇ ਨਾਲ ਕਰੇ। ਤਾਂ ਪੰਡਤਾਂ ਨੇ ਗਾਂਗੇ ਤੇਲੀ ਨੂੰ ਤਿਆਰ ਕੀਤਾ ਤੇ ਸਭਾ 'ਚ ਲੈ ਆਏ। ਗਾਂਗਾ ਤੇਲੀ ਕਾਣਾ ਸੀ, ਬਹੁਤ ਮਹਿੰਗੀ ਜੁੱਤੀ ਉਸਨੂੰ ਪਹਿਨਾ ਦਿੱਤੀ। ਸੰਸਕ੍ਰਿਤ ਦੇ ਕੁਝ ਸ਼ਬਦ ਵੀ ਉਸਨੂੰ ਦੱਸੇ ਹੋਏ ਸਨ। ਤਾਂ ਉਹ ਆਪਣੀ ਜੁੱਤੀ ਸੁੰਦਰ ਵਸਤਰ ਵਿੱਚ ਲਪੇਟ ਕੇ ਜੁੱਤੀ ਬਗਲ 'ਚ ਲੈ ਕੇ ਸਭਾ ਦੇ ਵਿੱਚ ਆ ਗਿਆ। ਜੁੱਤੀ ਬਗਲ ਵਿੱਚ ਇਸ ਕਰਕੇ ਲਈ ਕਿ ਇਹ ਗਵਾਚ ਨਾ ਜਾਏ। ਤਾਂ ਗਾਂਗਾ ਤੇਲੀ ਆਪਣੀ ਜੁੱਤੀ ਬਗਲ 'ਚ ਲੈ ਕੇ ਆ ਕੇ ਕੁਰਸੀ 'ਤੇ ਬੈਠ ਗਿਆ। ਤਾਂ ਪੰਡਤ ਨੇ ਨਮਸਕਾਰ ਕਰਕੇ ਪੁੱਛਿਆ, ਕਿਵੇਂ ਦਮ ਪੁਸਤਕੰ। ਉਹਨੂੰ ਉੱਤਰ ਦਿੱਤਾ ਕਿ ਕੰਟਕ ਚੂਰਨੰ। ਪੰਡਤ ਨੇ ਪੁੱਛਿਆ ਸੀ ਕਿ ਇਹ ਕਿਹੜੀ ਕਿਤਾਬ ਹੈ। ਤੇ ਗਾਂਗੇ ਤੇਲੀ ਨੇ ਉੱਤਰ ਦਿੱਤਾ ਸੀ, ਇਸ ਦਾ ਨਾਮ ਕੰਟਕ ਚੂਰ ਹੈ। ਪੰਡਤ ਨੇ ਖਿਆਲ ਕੀਤਾ ਕਿ ਮੈਂ ਤਾਂ ਇਹ ਪੁਸਤਕ ਕਦੇ ਪੜ੍ਹੀ ਨਹੀਂ, ਇਸ ਨੇ ਇਸ ਦੇ ਵਿੱਚੋਂ ਕੋਈ ਪ੍ਰਸ਼ਨ ਪੁੱਛ ਲਿਆ ਤਾਂ ਮੈਂ ਹਾਰ ਜਾਵਾਂਗਾ। ਤਾਂ ਉਸਨੇ ਰਾਜੇ ਨੂੰ ਕਿਹਾ ਕਿ ਅਸੀਂ ਇਸ਼ਾਰੇ ਦੇ ਨਾਲ ਹੀ ਸ਼ਾਸਤਰ ਅਰਥ ਕਰਾਂਗੇ। ਰਾਜਾ ਮੰਨ ਗਿਆ। ਤਾਂ ਪੰਡਤ ਨੇ ਪਹਿਲਾਂ ਸ਼ੁਰੂ ਕੀਤਾ। ਪੰਡਤ ਨੇ ਇੱਕ ਉਂਗਲੀ ਉਠਾਈ, ਗਾਂਗੇ ਤੇਲੀ ਨੇ ਦੋ ਉਠਾਈਆਂ। ਪੰਡਤ ਨੇ ਪੰਜਾ ਕੀਤਾ ਤਾਂ ਗਾਂਗੇ ਤੇਲੀ ਨੇ ਪੰਜੇ ਉਂਗਲੀਆਂ ਮੀਟ ਕੇ ਮੁੱਕਾ ਵੱਢ ਦਿੱਤਾ। ਤਾਂ ਪੰਡਤ ਚੁੱਪ ਹੋ ਗਿਆ। ਸਾਰਿਆਂ ਨੇ ਤਾੜੀ ਵਜਾ ਦਿੱਤੀ। ਪੰਡਤ ਹਾਰ ਗਿਆ। ਗਾਂਗੇ ਤੇਲੀ ਦੀ ਜੈ ਹੋ ਗਈ। ਤਾਂ ਪੰਡਤ ਤੋਂ ਪੁੱਛਿਆ ਕਿ ਤੂੰ ਕੀ ਇਸ਼ਾਰਾ ਕੀਤਾ ਸੀ, ਜਰਾ ਖੋਲ ਕੇ ਸਮਝਾ। ਤਾਂ ਪੰਡਤ ਕਹਿਣ ਲੱਗਾ ਕਿ ਮੈਂ ਇੱਕ ਉਂਗਲੀ ਉਠਾ ਕੇ ਇਹ ਕਿਹਾ ਸੀ ਕਿ ਇਸ ਸੰਸਾਰ ਰਚਨਾ ਦੇ ਵਿੱਚ ਇੱਕ ਬ੍ਰਹਮ ਹੀ ਪਰਿਪੂਰਨ ਹੈ। ਤਾਂ ਇਸਨੇ ਦੋ ਉਂਗਲੀਆਂ ਉਠਾ ਕੇ ਉੱਤਰ ਦਿੱਤਾ ਕਿ ਇਸ ਬ੍ਰਹਮ ਦੀ ਨਿਆਈ ਦੂਸਰੀ ਮਾਇਆ ਵੀ ਇਸ ਵਿੱਚ ਹੈ, ਜੋ ਕਿ ਇਸਨੇ ਠੀਕ ਹੀ ਕਿਹਾ। ਫਿਰ ਮੈਂ ਪੰਜ ਉਂਗਲੀਆਂ ਉਠਾਈਆਂ ਕਿ ਸੰਸਾਰ ਦੀ ਰਚਨਾ ਪੰਜਾਂ ਤੱਤਾਂ ਤੋਂ ਹੋਈ ਹੈ। ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰਸ ਜਾਨ। ਤਾਂ ਉਸਨੇ ਮੁੱਕਾ ਵੱਟਿਆ ਤੇ ਕਿਹਾ ਕਿ ਪੰਜ ਤੱਤ ਇਕੱਠੇ ਹੋਣ ਤਾਂ ਹੀ ਸ੍ਰਿਸ਼ਟੀ ਪੈਦਾ ਹੋ ਸਕਦੀ ਹੈ, ਜੋ ਕਿ ਇਸਨੇ ਬਿਲਕੁਲ ਠੀਕ ਕਿਹਾ। ਤੇ ਮੈਂ ਚੁੱਪ ਹੋ ਗਿਆ। ਇਸ ਤੋਂ ਬਾਅਦ ਪੰਡਤ ਜੀ ਚਲੇ ਗਏ। ਤਾਂ ਉਹਨਾਂ ਸਾਰਿਆਂ ਨੇ ਗਾਂਗੇ ਤੇਲੀ ਤੋਂ ਪੁੱਛਿਆ ਕਿ ਤੂੰ ਕੀ ਪ੍ਰਸ਼ਨ ਸਮਝਿਆ ਤੇ ਕੀ ਉੱਤਰ ਦਿੱਤਾ। ਗਾਂਗਾ ਤੇਲੀ ਕਹਿਣ ਲੱਗਾ ਕਿ ਜਦੋਂ ਉਸਨੇ ਇੱਕ ਉਂਗਲੀ ਉਠਾਈ ਤਾਂ ਮੈਂ ਸਮਝਿਆ ਕਿ ਮੈਨੂੰ ਕਹਿੰਦਾ ਹੈ ਕਿ ਤੂੰ ਕਾਣਾ ਹੈ, ਤੇਰੀ ਅੱਖ ਇੱਕ ਜੋ ਬਾਕੀ ਰਹਿੰਦੀ ਹੈ ਉਹ ਵੀ ਮੈਂ ਕੱਢ ਦਊਂਗਾ।
ਤਾਂ ਮੈਂ ਕ੍ਰੋਧ ਵਿੱਚ ਆ ਕੇ 2 ਉਂਗਲੀਆਂ ਉਠਾਈਆਂ ਕਿ ਮੈਂ ਤੇਰੀਆਂ ਦੋਨੋਂ ਅੱਖਾਂ ਕੱਢ ਦਿਆਂਗਾ। ਜਦ ਉਸਨੇ ਪੰਜਾ ਉਠਾਇਆ ਤਾਂ ਮੈਂ ਸਮਝਿਆ ਕਿ ਮੈਨੂੰ ਕਹਿੰਦਾ ਹੈ ਕਿ ਮੈਂ ਤੇਰੇ ਚਪੇੜ ਮਾਰੂੰਗਾ। ਤਾਂ ਮੈਂ ਮੁੱਕਾ ਵੱਟ ਲਿਆ ਤੇ ਕਿਹਾ ਕਿ ਜੇ ਤੂੰ ਚਪੇੜ ਮਾਰੂੰਗਾ ਤਾਂ ਮੈਂ ਤੇਰੇ ਮੁੱਕਾ ਮਾਰੂੰਗਾ। ਪੰਡਤ ਚੁੱਪ ਹੋ ਗਿਆ ਤੇ ਮੇਰੀ ਜੈ ਹੋ ਗਈ। ਸੋ ਇਸ ਤਰ੍ਹਾਂ ਜੇ ਈਸ਼ਵਰ ਚਾਹੇ ਤਾਂ ਪੰਡਤਾਂ ਨੂੰ ਸਭਾ ਦੇ ਵਿੱਚ ਨਿਰ ਉੱਤਰ ਕਰ ਦਿੰਦਾ ਹੈ ਤੇ ਮੂਰਖਾਂ ਨੂੰ ਪੰਡਤ ਬਣਾ ਦਿੰਦਾ ਹੈ। ਨਾਰੀ ਤੇਜੇ ਪੁਰਖ ਕਰਾਵੈ, ਪੁਰਖਨ ਤੇਜੋ ਨਾਰੀ। ਸੋ ਇਸ ਤਰ੍ਹਾਂ ਪਰਮੇਸ਼ਰ ਨਾਰੀ ਤੋਂ ਪੁਰਖ ਬਣਾ ਸਕਦਾ ਹੈ ਤੇ ਪੁਰਖ ਤੋਂ ਨਾਰੀ। ਸਭ ਕੁਝ ਉਸ ਦੇ ਅਧੀਨ ਹੈ। ਇਸ ਲਈ ਦੁੱਖ ਸੁੱਖ 'ਚ ਸਮ ਰਹਿਣਾ ਚਾਹੀਦਾ ਹੈ। ਮਤਾ ਕਰੈ ਪੱਛਮ ਕੈ ਤਾਈ, ਪੂਰਵ ਹੀ ਲੈ ਜਾਤ। ਖਿਨਮੈ ਥਾਪ ਉਥਾਪਨ ਹਾਰਾ, ਆਪਨ ਹਾਥ ਮਤਾਂਤ। ਸਿਆਣਪ ਕਾਹੂ ਕਾਮ ਨ ਆਤ, ਜੋ ਨਿਰੂਪਿਓ ਠਾਕੁਰ ਮੇਰੈ। ਹੋਏ ਰਹੀਓ ਬਾਤ ਰਹਾਓ, ਦੇਸ ਕਮਾਵਨ ਧਨ ਜੋਰਨ ਕੀ। ਮਨਸਾ ਬੀਚੇ ਨਿਕਸੇ ਸਾਸ, ਲਸਕਰ ਨੇਵ ਖਵਾਸ ਸਭ ਤਿਆਗੇ। ਜੰਪੁਰ ਊਠ ਸੁਦਾਸ। ਨਰ ਚਾਹਤ ਕਿਛ ਔਰੈ ਕੀ ਔਰੈ ਪਈ। ਨਰ ਚਾਹੁੰਦਾ ਕੁਛ ਆ ਤੇ ਹੋ ਕੁਛ ਜਾਂਦਾ ਆ। ਸੋ ਇਸ ਪ੍ਰਕਾਰ ਪੱਕਾ ਭਰੋਸਾ ਰੱਖੋ ਕਿ ਜੋ ਦੁੱਖ ਸੁੱਖ ਮਿਲ ਰਿਹਾ ਹੈ ਸੋ ਈਸ਼ਵਰ ਦੀ ਪ੍ਰੇਰਨਾ ਅਨੁਸਾਰ ਹੀ ਮਿਲਦਾ ਹੈ। ਇਸ ਤਰ੍ਹਾਂ ਜਾਣ ਕੇ ਦੁੱਖ ਸੁੱਖ ਵਿੱਚ ਸਮ ਰਹਿਣਾ ਚਾਹੀਦਾ ਹੈ। ਹਰ ਇੱਕ ਸੋਗ ਨੂੰ ਛੱਡ ਕੇ ਆਪਣਾ ਚਿੱਤ ਇੱਕ ਰਸ ਰੱਖਣਾ ਚਾਹੀਦਾ ਹੈ, ਕਿਉਂਕਿ ਦੁੱਖ ਸੁੱਖ ਈਸ਼ਵਰ ਦੇ ਅਧੀਨ ਹੈ। ਇਸ ਤਰ੍ਹਾਂ ਸ੍ਰੀ ਨਾਰਾਇਣ ਹਰੀ ਜੀ ਨੇ ਇਹ ਤੀਸਰੀ ਜੁਗਤੀ ਸੁੱਖ ਦੁੱਖ ਵਿੱਚ ਸਮ ਰਹਿਣ ਦੀ ਦੱਸੀ ਤੇ ਸਾਰੀਆਂ ਸੰਗਤਾਂ ਨਿਹਾਲ ਹੋ ਗਈਆਂ। ਇੱਥੇ ਹੀ ਸਮਾਪਤੀ ਹੈ ਤੇ ਅਗਲੀ ਚੌਥੀ ਜੁਗਤੀ ਹੈ ਕਿ ਜੋ ਦੁੱਖ ਸੁੱਖ ਹੈ ਉਹ ਗੁਣਾਂ ਦੇ ਅਧੀਨ ਹੈ। ਇਸ ਦੀ ਵਿਚਾਰ ਅਗਲੀ ਵਾਰ ਕਰਾਂਗੇ। ਕੋਈ ਗਲਤੀ ਹੋਵੇ ਤਾਂ ਮਾਫ਼ ਕਰਨਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।